ਗੁੱਡ ਮਾਰਨਿੰਗ ਸਟੂਡੈਂਟਸ। ਪਿਛਲੇ ਲੈਕਚਰ ਵਿੱਚ ਅਸੀਂ ਸਟੇਟ ਦੀ ਗੱਲ ਕੀਤੀ ਸੀ ਕਿ ਉਸ ਦੇ ਲਈ ਕੁਝ ਜ਼ਰੂਰੀ ਐਲੀਮੈਂਟ ਦੇ ਹੁੰਦੇ ਨੇ ਜੋ ਕਿ ਵਸੋਂ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ ਨੇ, ਜੋ ਉਸਦੇ ਬਹੁਤ ਹੀ ਜ਼ਰੂਰੀ ਪਾਰਟ ਮੰਨੇ ਜਾਂਦੇ ਨੇ। ਅੱਜ ਅਸੀਂ ਰਾਜ ਅਤੇ ਸਰਕਾਰ ਦੀ ਗੱਲ ਕਰਾਂਗੇ। ਸਟੇਟ ਐਂਡ ਗਵਰਨਮੈਂਟ ਕੀ ਹੈ? ਕਈ ਵਿਦਵਾਨ ਮੰਨਦੇ ਨੇ ਕਿ ਇਹਨਾਂ ਦੋਵਾਂ ਦਾ ਇੱਕ ਹੀ ਅਰਥ ਮੰਨਦੇ ਨੇ, ਪਰ ਜੌਨ ਲਾਕ ਅਜਿਹਾ ਵਿਅਕਤੀ ਹੈ ਜਿਸ ਨੇ ਰਾਜ ਅਤੇ ਸਰਕਾਰ ਦੇ ਵਿੱਚ ਅੰਤਰ ਮੰਨਿਆ ਅਤੇ ਇਹਨਾਂ ਦੋਵਾਂ ਨੂੰ ਵੱਖ-ਵੱਖ ਸੰਸਥਾਵਾਂ ਦੇ ਰੂਪ ਵਿੱਚ ਵਿਚਾਰਿਆ। ਸਟੇਟ ਕੀ ਹੈ? ਸਟੇਟ ਤੋਂ ਭਾਵ ਉਹ ਥੋੜ੍ਹੀ ਜਾਂ ਵੱਧ ਵਸੋਂ ਹੈ ਜਿੱਥੇ ਲੋਕ ਰਹਿੰਦੇ ਨੇ, ਜੋ ਸਥਾਈ ਰੂਪ ਦੇ ਵਿੱਚ ਕਿਸੇ ਇੱਕ ਥਾਂ ਦੇ ਉੱਤੇ ਭੂਮੀ ਦੇ ਉੱਪਰ ਵਸੇ ਹੋਏ ਨੇ, ਜਿਸ ਦੀ ਆਪਣੀ ਸੰਗਠਿਤ ਸਰਕਾਰ ਹੁੰਦੀ ਹੈ ਅਤੇ ਉਹ ਸਰਕਾਰ ਬਾਹਰਲੇ ਨਿਯੰਤਰਣਾਂ ਤੋਂ ਸੁਤੰਤਰ ਹੈ। ਰਾਜ ਵਿੱਚ ਉਸ ਸਰਕਾਰ ਦੇ ਆਦੇਸ਼ਾਂ ਦੀ ਲੋਕਾਂ ਦੁਆਰਾ ਪਾਲਣਾ ਜੋ ਕੀਤੀ ਜਾਂਦੀ ਹੈ। ਭਾਵ ਕੀ ਹੈ? ਰਾਜ ਦੇ ਵਿੱਚ ਵਸੋਂ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ ਨੇ, ਜੋ ਚਾਰੇ ਇਸਦੇ ਜ਼ਰੂਰੀ ਤੱਤ ਮੰਨੇ ਜਾਂਦੇ ਨੇ। ਸਰਕਾਰ ਕੀ ਹੈ? ਡਾਕਟਰ ਗਾਰਨਰ ਦੇ ਅਨੁਸਾਰ ਸਰਕਾਰ ਉਸ ਸੰਗਠਨ ਦਾ ਨਾਮ ਹੈ ਜਿਸ ਦੁਆਰਾ ਰਾਜ ਆਪਣੀ ਇੱਛਾ ਨੂੰ ਵਿਉਂਤਦਾ, ਪ੍ਰਗਟਾਉਂਦਾ ਅਤੇ ਲਾਗੂ ਕਰਦਾ ਹੈ। ਨੈਕਸਟ ਹੈ ਮਿਸਟਰ ਬਿਲੋਵੀ ਦੇ ਅਨੁਸਾਰ ਸਰਕਾਰ ਰਾਜ ਦਾ ਉਹ ਸੰਗਠਨ ਹੈ ਜਿਸ ਦੇ ਦੁਆਰਾ ਰਾਜ ਦੇ ਉਦੇਸ਼ਾਂ ਦਾ ਨਿਰਮਾਣ ਹੁੰਦਾ ਹੈ ਅਤੇ ਉਹਨਾਂ ਦਾ ਅਮਲੀ ਰੂਪ ਦਿੱਤਾ ਜਾਂਦਾ ਹੈ। ਰਾਜ ਪੂਰਨ ਹੈ ਪਰ ਸਰਕਾਰ ਉਸਦਾ ਇੱਕ ਅੰਗ ਹੈ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਰਾਜ ਹੈ ਜੋ ਇੱਕ ਸੰਪੂਰਨ ਸੰਸਥਾ ਹੁੰਦੀ ਹੈ। ਰਾਜ ਦੇ ਵਿੱਚ ਚਾਰ ਤੱਤ ਹੁੰਦੇ ਨੇ, ਜਿਵੇਂ ਵਸੋਂ, ਨਿਸ਼ਚਿਤ ਭੂਮੀ, ਸਰਕਾਰ ਅਤੇ ਪ੍ਰਭੂਸੱਤਾ। ਸਰਕਾਰ ਰਾਜ ਦਾ ਹੀ ਇੱਕ ਹਿੱਸਾ ਹੁੰਦਾ ਹੈ ਕਿਉਂਕਿ ਇਸਦੇ ਜ਼ਰੂਰੀ ਪਾਰਟ ਦੇ ਵਿੱਚ ਆਉਂਦਾ ਹੈ। ਰਾਜ ਦੀ ਹੋਂਦ ਹੈ ਜੋ ਇਸਦੇ ਨਾਲ ਹੀ ਉਸਦੀ ਹੋਂਦ ਹੁੰਦੀ ਹੈ। ਰਾਜ ਤੋਂ ਵੱਖ ਹੈ ਸਰਕਾਰ ਦੀ ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਰਾਜ ਸ਼ਬਦ ਵਰਤਦੇ ਹਾਂ ਤਾਂ ਇਸ ਦੇ ਵਿੱਚ ਸਰਕਾਰ ਵੀ ਸ਼ਾਮਲ ਹੁੰਦੀ ਹੈ ਕਿਉਂਕਿ ਸਰਕਾਰ ਰਾਜ ਦਾ ਇੱਕ ਬਹੁਤ ਜ਼ਰੂਰੀ ਤੱਤ ਮੰਨਿਆ ਜਾਂਦਾ ਹੈ। ਰਾਜ ਨਿਰਾਕਾਰ ਅਤੇ ਸਰਕਾਰ ਹੈ ਜੋ ਉਹ ਸਾਕਾਰ ਹੁੰਦੀ ਹੈ ਕਿਉਂਕਿ ਜੋ ਰਾਜ ਹੈ ਉਹ ਵੱਡਾ ਛੋਟਾ ਹੋ ਸਕਦਾ ਹੈ, ਇਸ ਦਾ ਕੋਈ ਨਿਸ਼ਚਿਤ ਆਕਾਰ ਨਹੀਂ ਹੁੰਦਾ। ਇਸ ਤਰ੍ਹਾਂ ਅਸੀਂ ਦੇਖਿਆ ਨਹੀਂ ਜਾ ਸਕਦਾ ਇਸ ਨੂੰ। ਪਰ ਸਰਕਾਰ ਇੱਕ ਸਪਸ਼ਟ ਸੰਸਥਾ ਹੈ ਕਿਉਂਕਿ ਇਸ ਦੇ ਵਿੱਚ ਵਿਅਕਤੀਆਂ ਦਾ ਇੱਕ ਸਮੂਹ ਹੈ ਜੋ ਰਾਜ ਦੇ ਵਿੱਚ ਸ਼ਾਸਨ ਦਾ ਪ੍ਰਬੰਧ ਕਰਦੇ ਨੇ। ਭਾਵ ਕੀ ਹੈ? ਇਸ ਦੇ ਵਿੱਚ ਵਿਧਾਨ ਮੰਡਲ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਸਰਕਾਰ ਦੇ ਅੰਗ ਹੁੰਦੇ ਨੇ ਜੋ ਸਪਸ਼ਟ ਰੂਪ ਦੇ ਵਿੱਚ ਦਿਸਦੇ ਨੇ ਅਤੇ ਅਲੱਗ-ਅਲੱਗ ਕੰਮ ਕਰਦੇ ਨੇ। ਰਾਜ ਸਥਾਈ ਅਤੇ ਸਰਕਾਰ ਅਸਥਾਈ ਹੁੰਦੀ ਹੈ। ਭਾਵ ਕੀ ਹੈ? ਰਾਜ ਦੀ ਸਥਿਰਤਾ ਕਦੇ ਵੀ ਖਤਮ ਨਹੀਂ ਹੋ ਸਕਦੀ, ਪਰ ਕੀ ਹੈ? ਸਰਕਾਰਾਂ ਨੇ ਜੋ ਬਦਲਦੀਆਂ ਰਹਿੰਦੀਆਂ ਨੇ, ਕਦੇ ਇੱਕ ਦਲ ਦੀ ਸਰਕਾਰ ਹੁੰਦੀ ਹੈ, ਕਦੇ ਦੂਜੇ ਦੀ। ਇਸ ਤਰ੍ਹਾਂ ਸਰਕਾਰਾਂ ਦੇ ਬਦਲਣ ਨਾਲ ਰਾਜ ਦੀ ਸਥਿਰਤਾ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਰਾਜ ਦਾ ਅੰਤ ਸਿਰਫ ਇੱਕੇ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਪ੍ਰਭੂਸੱਤਾ ਗਵਾ ਲੈਂਦਾ ਹੈ ਤਾਂ ਹੀ ਉਸਦਾ ਅੰਤ ਹੋ ਸਕਦਾ ਹੈ, ਜਾਂ ਫਿਰ ਕੋਈ ਦੂਜਾ ਰਾਜ ਉਸਨੂੰ ਜਿੱਤ ਕੇ ਆਪਦੇ ਅਧੀਨ ਕਰ ਲੈਂਦਾ ਹੈ ਤਾਂ ਰਾਜ ਦਾ ਅੰਤ ਹੋ ਸਕਦਾ ਹੈ। ਰਾਜ ਦੇ ਵਿੱਚ ਸਮੁੱਚੀ ਵਸੋਂ ਸ਼ਾਮਲ ਹੁੰਦੀ ਹੈ ਪਰ ਸਰਕਾਰ ਦੇ ਵਿੱਚ ਨਹੀਂ। ਰਾਜ ਦੇ ਵਿੱਚ ਰਹਿਣ ਵਾਲੇ ਲੋਕ ਹੁੰਦੇ ਨੇ, ਜੋ ਰਾਜ ਦੀ ਸਮੁੱਚੀ ਜਨਸੰਖਿਆ ਰਾਜ ਦੇ ਵਿੱਚ ਸ਼ਾਮਲ ਹੁੰਦੀ ਹੈ। ਪਰ ਸਰਕਾਰ ਹੁੰਦੀ ਹੈ ਜੋ ਕੁਝ ਚੁਣਵੇਂ ਵਿਅਕਤੀ ਹੁੰਦੇ ਨੇ, ਭਾਵ ਕਿ ਵੋਟਾਂ ਦੇ ਦੁਆਰਾ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਸਰਕਾਰ ਵਿੱਚ ਕੇਵਲ ਉਹ ਵਿਅਕਤੀ ਹੁੰਦੇ ਨੇ ਜੋ ਕਾਨੂੰਨ ਬਣਾਉਂਦੇ ਨੇ ਅਤੇ ਨਿਆਂ ਕਰਨ ਲਈ ਨਿਯੁਕਤ ਕੀਤੇ ਜਾਂਦੇ ਨੇ। ਉਹ ਸਰਕਾਰ ਅਧਿਕਾਰੀ ਜੋ ਕਾਨੂੰਨ ਬਣਾਉਂਦੇ ਨੇ ਉਹਨਾਂ ਨੂੰ ਲਾਗੂ ਕਰਦੇ ਨੇ ਅਤੇ ਉਹੀ ਕੀ ਹੈ? ਸਰਕਾਰ ਦੇ ਮੈਂਬਰ ਹੁੰਦੇ ਨੇ। ਇਹਨਾਂ ਦੀ ਗਿਣਤੀ ਹੁੰਦੀ ਹੈ ਬਹੁਤ ਥੋੜ੍ਹੀ ਹੁੰਦੀ ਹੈ, ਪਰ ਰਾਜ ਦੀ ਜਨਸੰਖਿਆ ਹੁੰਦੀ ਹੈ ਜੋ ਕਾਫੀ ਹੁੰਦੀ ਹੈ। ਨੈਕਸਟ ਹੈ ਰਾਜ ਇੱਕ ਕਿਸਮ ਦਾ ਪਰ ਸਰਕਾਰ ਦੀਆਂ ਅਨੇਕਾਂ ਕਿਸਮਾਂ। ਕੀ ਹੈ? ਰਾਜ ਦੀਆਂ ਵੱਖ-ਵੱਖ ਕਿਸਮਾਂ ਨਹੀਂ ਹੁੰਦੀਆਂ। ਸਾਰੇ ਛੋਟੇ ਵੱਡੇ ਰਾਜ ਹੁੰਦੇ ਨੇ ਜਾਂ ਸਾਰੇ ਇੱਕੋ ਕਿਸਮ ਦੇ ਹੁੰਦੇ ਨੇ। ਹਰ ਰਾਜ ਦੇ ਚਾਰੇ ਤੱਤ ਨੇ ਜੋ ਜ਼ਰੂਰੀ ਹੁੰਦੇ ਨੇ, ਇਸਦੀ ਵਸੋਂ, ਭੂਮੀ, ਸਰਕਾਰ ਅਤੇ ਪ੍ਰਭੂਸੱਤਾ। ਪਰ ਸਰਕਾਰ ਦੀਆਂ ਕਈ ਕਿਸਮਾਂ ਹੋ ਸਕਦੀਆਂ ਨੇ, ਜਿਵੇਂ ਕਿ ਕਿਸੇ ਥਾਂ 'ਤੇ ਏਕਾਤਮਕ ਪ੍ਰਣਾਲੀ ਹੈ, ਕਿਸੇ 'ਤੇ ਸੰਘਵਾਦੀ ਹੈ, ਕਿਤੇ ਸਮਾਜਵਾਦੀ ਸਰਕਾਰ ਹੈਗੀ, ਕਿਤੇ ਕੁਛ ਹੈ। ਇਸ ਦੇ ਵਿੱਚ ਸੰਵਿਧਾਨਕ ਰਾਜਤੰਤਰ ਹੈ, ਲੋਕਤੰਤਰ ਹੈ, ਇਸ ਦੇ ਵਿੱਚ ਤਾਨਾਸ਼ਾਹੀ ਸਰਕਾਰਾਂ। ਇਹ ਕੀ ਨੇ? ਸਰਕਾਰ ਦੀਆਂ ਕਿਸਮਾਂ ਹੁੰਦੀਆਂ ਨੇ। ਨੈਕਸਟ ਹੈ ਰਾਜ ਮਾਲਕ ਹੈ, ਸਰਕਾਰ ਉਸਦੀ ਪ੍ਰਤੀਨਿਧ ਹੈ। ਰਾਜ ਦੇ ਕੋਲ ਪ੍ਰਭੂਸੱਤਾ ਹੈ, ਉਸਦੇ ਨਿਸ਼ਚਿਤ ਉਦੇਸ਼ ਹੁੰਦੇ ਨੇ ਜਿਸ ਨੂੰ ਸਰਕਾਰ ਕਿਹਾ ਜਾਂਦਾ ਹੈ। ਸਰਕਾਰ ਰਾਜ ਦੇ ਉਦੇਸ਼ਾਂ ਦੇ ਲਈ ਹੀ ਇੱਕ ਸਾਧਨ ਹੈ ਜੋ ਕਿ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਂਦਾ ਹੈ। ਸਰਕਾਰ ਦੀ ਆਪਣੀ ਕੋਈ ਵੀ ਇੱਛਾ ਨਹੀਂ ਹੁੰਦੀ। ਉਹ ਜਿੰਨੇ ਵੀ ਰਾਜ ਦੀ ਇੱਛਾ ਦੇ ਅਨੁਸਾਰ ਕੰਮ ਕਰਦੀ ਹੈ, ਨੀਤੀਆਂ ਲਾਗੂ ਕਰਦੀ ਹੈ, ਉਹ ਸਭ ਕੁਝ ਰਾਜ ਦੀ ਇੱਛਾ ਦੇ ਅਨੁਸਾਰ ਹੀ ਕਰਦੀ ਹੈ। ਨੈਕਸਟ ਹੈ ਰਾਜ ਦੀ ਮੈਂਬਰੀ ਲਾਜ਼ਮੀ ਪਰ ਸਰਕਾਰ ਦੀ ਨਹੀਂ।
ਕਿਉਂਕਿ ਕੋਈ ਵੀ ਵਿਅਕਤੀ ਰਹਿੰਦਾ ਉਹ ਕਿਸੇ ਨਾ ਕਿਸੇ ਰਾਜ ਦਾ ਮੈਂਬਰ ਜ਼ਰੂਰ ਹੁੰਦਾ ਹੈ, ਕਿਉਂਕਿ ਜੇਕਰ ਉਹ ਕਿਸੇ ਰਾਜ ਦਾ ਮੈਂਬਰ ਹੋਊਗਾ ਤਾਂ ਹੀ ਉਸ ਨੂੰ ਜੋ ਸਹੂਲਤਾਂ ਮਿਲਦੀਆਂ ਨੇ, ਅਧਿਕਾਰ ਦਿੱਤੇ ਜਾਂਦੇ ਨੇ, ਉਹਨਾਂ ਦੀ ਵਰਤੋਂ ਕਰ ਸਕਦਾ ਹੈ। ਇਸ ਤਰ੍ਹਾਂ ਕੋਈ ਵਿਅਕਤੀ ਇੱਕ ਰਾਜ ਦੀ ਮੈਂਬਰੀ ਆਪਣੀ ਇੱਛਾ ਦੇ ਅਨੁਸਾਰ ਛੱਡ ਸਕਦਾ ਅਤੇ ਦੂਜੇ ਦੀ ਗ੍ਰਹਿਣ ਕਰ ਸਕਦਾ। ਉਹ ਉਹਦੀ ਇੱਛਾ ਹੁੰਦੀ ਹੈ, ਮਰਜ਼ੀ ਹੁੰਦੀ ਹੈ, ਉਹ ਕਿਸੇ ਵੀ ਰਾਜ ਦੇ ਵਿੱਚ ਰਹਿ ਸਕਦਾ ਹੈ। ਸਰਕਾਰ ਦੀ ਮੈਂਬਰੀ ਕਿਸੇ ਦੇ ਉੱਪਰ ਧੱਕੇ ਨਾਲ ਅਸੀਂ ਜ਼ਬਰਦਸਤੀ ਠੋਸ ਨਹੀਂ ਸਕਦੇ, ਸਗੋਂ ਵਿਅਕਤੀ ਦੀ ਇੱਛਾ 'ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਲੋਕ ਸਰਕਾਰ ਦੀ ਵਿਰੋਧਤਾ ਕਰ ਸਕਦੇ ਨੇ ਪਰ ਰਾਜ ਦੀ ਨਹੀਂ। ਸਰਕਾਰ ਦਾ ਮੁੱਖ ਕੰਮ ਕੀ ਹੁੰਦਾ ਹੈ? ਵੱਧ ਤੋਂ ਵੱਧ ਵਿਕਾਸ ਕਰਨਾ ਹੁੰਦਾ ਹੈ, ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ। ਜੇਕਰ ਕੋਈ ਸਰਕਾਰ ਆਪਣੇ ਮੰਤਵ ਨੂੰ ਪੂਰਾ ਨਾ ਕਰੇ ਤਾਂ ਵਿਅਕਤੀ ਕੀ ਹੈ, ਸਰਕਾਰ ਦੀ ਵਿਰੋਧਤਾ ਕਰ ਸਕਦਾ ਹੈ, ਧਰਨੇ ਵਗੈਰਾ ਲਾ ਸਕਦਾ ਹੈ ਅਤੇ ਰੋਸ ਮੁਜ਼ਾਹਰੇ ਵਗੈਰਾ ਹੋ ਸਕਦੇ ਨੇ। ਇਸ ਤਰ੍ਹਾਂ ਕੀ ਹੈ, ਹੋਰ ਅਨੇਕਾਂ ਸੰਵਿਧਾਨਕ ਸਾਧਨਾਂ ਦੇ ਰਾਹੀਂ ਆਪਣੇ ਵਿਚਾਰ ਨੇ ਜੋ ਪ੍ਰਗਟ ਕਰ ਸਕਦਾ ਹੈ। ਜੇਕਰ ਜਨਤਾ ਚਾਹੇ ਤਾਂ ਉਹ ਸਰਕਾਰ ਨੂੰ ਬਦਲ ਸਕਦੀ ਹੈ, ਇਸ ਦੀ ਮੰਗ ਕਰ ਸਕਦੀ ਹੈ, ਪਰ ਰਾਜ ਦੀ ਵਿਰੋਧਤਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜੇ ਉਹ ਰਾਜ ਦੀ ਵਿਰੋਧਤਾ ਕਰਨਗੇ ਤਾਂ ਉਸਦਾ ਭਾਵ ਉਹ ਆਪਣੀ ਹੀ ਵਿਰੋਧਤਾ ਕਰ ਰਹੇ ਨੇ। ਥੈਂਕ ਯੂ।